ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਭਾਰਤ ਸਰਕਾਰ ਨੋਟਬੰਦੀ ਦੇ ਸਮੇਂ ਤੋਂ ਹੀ ਸਾਡੀ ਇਕਨੋਮੀ ਨੂੰ ਕੈਸ਼ਲੈਸ ਕਰਨਾ ਚਾਹੁੰਦੀ ਹੈ। ਇਸੇ ਕਰਕੇ ਜਿੰਨੇ ਵੀ ਡਿਜੀਟਲ ਪਲੇਟਫਾਰਮਸ ਨੇ, ਚਾਹੇ ਉਹ UPI ਭੀਮ ਪੇਮੈਂਟ ਹੋਵੇ, Paytm ਹੋਵੇ, ਫੋਨਪੇ ਵਰਗੀਆਂ ਐਪਸ ਹੋਣ, ਇਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਸਰਕਾਰ ਦਾ ਇਸ ਉੱਪਰ ਜ਼ੋਰ ਲੱਗਿਆ ਹੋਇਆ ਹੈ ਕਿ ਜਿਹੜੀ ਇਕਨੋਮੀ ਹੈ ਉਸ ਵਿੱਚ ਕੈਸ਼ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹ ਘੱਟ ਤੋਂ ਘੱਟ ਹੋਣ ਤੇ ਜਿੰਨੀਆਂ ਵੀ ਟ੍ਰਾਂਜੈਕਸ਼ਨ ਨੇ ਆਨਲਾਈਨ ਹੋਣ। ਇਸ ਵਿੱਚ ਰੁਕਾਵਟ ਕਿੱਥੇ ਆਉਂਦੀ ਹੈ? ਇਸ ਵਿੱਚ ਰੁਕਾਵਟ ਉੱਥੇ ਆਉਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ 19 ਕਰੋੜ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਹਜੇ ਬੈਂਕ ਖਾਤੇ ਨਹੀਂ ਹੈ। ਇਸੇ ਕਰਕੇ ਭਾਰਤ ਸਰਕਾਰ ਵੱਲੋਂ ਇੱਕ ਨਵੇਂ ਡਿਜੀਟਲ ਪਲੇਟਫਾਰਮ ਦਾ ਉਦਘਾਟਨ ਕੀਤਾ ਗਿਆ ਹੈ, e-Rupee ਪ੍ਰੀਪੇਡ ਵੋਚਰਸ ਦਾ। ਇਹ ਕੀ ਹੈ ਤੇ ਇਸ ਪਿੱਛੇ ਭਾਰਤ ਸਰਕਾਰ ਦਾ ਕੀ ਮਕਸਦ ਹੈ, ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ, ਆਓ ਇਹ ਸਾਰਾ ਕੁਝ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਸਾਡੇ ਚੈਨਲ ਤੇ ਆ ਰਹੀਆਂ ਵੀਡੀਓਜ਼ ਤੁਰੰਤ ਹੀ ਦੇਖ ਸਕੋ। ਦੋਸਤੋ, ਪਿਛਲੇ ਸਮੇਂ ਦੇ ਵਿੱਚ ਕ੍ਰਿਪਟੋ ਕਰੰਸੀ ਦੇ ਉੱਪਰ ਇੱਕ ਲੰਬੀ ਬਹਿਸ ਜਿਹੜੀ ਹੈ ਚੱਲ ਰਹੀ ਹੈ ਤੇ ਇਹ ਕਿਹਾ ਜਾਂਦਾ ਕਿ ਭਾਰਤ ਸਰਕਾਰ ਜਿੰਨੀਆਂ ਵੀ ਕ੍ਰਿਪਟੋ ਕਰੰਸੀਜ਼ ਨੇ ਉਹਨਾਂ ਨੂੰ ਇੰਡੀਆ ਦੇ ਵਿੱਚ ਬੈਨ ਕਰ ਦੇਵੇਗੀ। ਪਰ ਹੁਣ ਸਰਕਾਰ ਵੱਲੋਂ ਇੱਕ ਨਵੀਂ ਪੇਮੈਂਟ ਸਰਵਿਸਿਜ਼ ਜਿਹਨੂੰ ਕਿ e-Rupee ਕਿਹਾ ਜਾ ਰਿਹਾ ਹੈ ਉਸ ਨੂੰ ਲਾਂਚ ਕੀਤਾ ਹੈ। ਕਿ ਸਰਕਾਰ ਆਪਣੀ ਕੋਈ ਕ੍ਰਿਪਟੋ ਕਰੰਸੀ ਲੈ ਕੇ ਆ ਰਹੀ ਹੈ ਜਾਂ ਫਿਰ ਸਰਕਾਰ ਦਾ ਕੋਈ ਹੋਰ ਮਕਸਦ ਹੈ? ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਜਿਹੜੀ e-Rupee ਹੈ ਇਸ ਨੂੰ ਭਾਰਤ ਸਰਕਾਰ ਵੱਲੋਂ ਡਿਵੈਲਪ ਕੀਤਾ ਗਿਆ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ, ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਸਰਵਿਸਿਜ਼, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਐਂਡ ਨੈਸ਼ਨਲ ਹੈਲਥ ਅਥਾਰਟੀ ਵੱਲੋਂ ਇਸ ਪਲੇਟਫਾਰਮ ਨੂੰ ਤਿਆਰ ਕੀਤਾ ਗਿਆ। ਯਾਨੀ ਕਿ ਇਹ ਪੂਰੀ ਤਰ੍ਹਾਂ ਭਾਰਤ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਡਿਜੀਟਲ ਪਲੇਟਫਾਰਮ ਹੈ। ਸਭ ਤੋਂ ਵੱਡਾ ਸਵਾਲ ਕਿ ਇਹ ਕ੍ਰਿਪਟੋ ਕਰੰਸੀ ਹੈ? ਜੀ ਨਹੀਂ, ਇਹ ਕ੍ਰਿਪਟੋ ਕਰੰਸੀ ਨਹੀਂ ਹੈ, ਇਹ ਡਿਜੀਟਲ ਫਾਈਨੈਂਸ਼ੀਅਲ ਸਰਵਿਸਿਜ਼ ਹੈ ਜਿਹਦੇ ਪਿੱਛੇ ਸਰਕਾਰ ਦਾ ਮਕਸਦ ਹੈ ਕਿ ਜਿੰਨੀਆਂ ਵੀ ਸੋਸ਼ਲ ਵੈਲਫੇਅਰ ਸਕੀਮਸ ਨੇ ਉਹਨਾਂ ਨੂੰ ਇਸ ਡਿਜੀਟਲ ਪਲੇਟਫਾਰਮ ਦੇ ਰਾਹੀਂ ਵੰਡਿਆ ਜਾਵੇ। ਹੁਣ ਇਸ ਦੀ ਵਰਤੋਂ ਕਿਵੇਂ ਹੋਏਗੀ, ਇਹ ਕੰਮ ਕਿਵੇਂ ਕਰੇਗੀ, ਇਹ ਜਿਹੜੀਆਂ ਪਹਿਲਾਂ ਸਰਵਿਸਿਜ਼ ਚੱਲ ਰਹੀਆਂ ਨੇ ਭਾਰਤ ਸਰਕਾਰ ਵੱਲੋਂ ਚਲਾਈਆਂ ਗਈਆਂ ਉਸ ਤੋਂ ਵੱਖਰਾ ਕਿਵੇਂ? ਜਿੱਦਾਂ ਕਿ ਮੈਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸ ਕੇ ਆਇਆ ਕਿ ਭਾਰਤ ਦੇ ਵਿੱਚ 19 ਕਰੋੜ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਬੈਂਕ ਖਾਤੇ ਨਹੀਂ ਹੈ। ਹੁਣ ਜੇਕਰ ਸਰਕਾਰ ਕਿਸੇ ਤਰ੍ਹਾਂ ਦੀ ਮਦਦ, ਸਬਸਿਡੀ ਜਾਂ ਫਿਰ ਕੋਈ ਸਕੋਲਰਸ਼ਿਪ ਤੁਹਾਡੇ ਖਾਤੇ ਦੇ ਵਿੱਚ ਪਾਉਣਾ ਚਾਹੁੰਦੀ ਹੈ ਪਰ ਤੁਹਾਡਾ ਬੈਂਕ ਖਾਤਾ ਹੀ ਨਹੀਂ ਹੈ ਤਾਂ ਤੁਹਾਨੂੰ ਉਹ ਸਰਵਿਸਿਜ਼ e-Rupee ਜਾਂ e-Vouchers ਦੇ ਥਰੂ ਦਿੱਤੀ ਜਾਵੇਗੀ। ਹੁਣ ਇਸ ਸਰਵਿਸ ਦੇ ਬੈਨੀਫਿਟਸ ਨੂੰ ਤੁਹਾਡੇ ਤੱਕ ਪਹੁੰਚਦਾ ਕਿਵੇਂ ਕੀਤਾ ਜਾਵੇਗਾ ਜਦੋਂ ਤੁਹਾਡੇ ਕੋਲ ਬੈਂਕ ਖਾਤਾ ਹੀ ਨਹੀਂ ਹੈ? ਸੋ ਇਸ ਲਈ e-Rupee ਵਰਗੀ ਜਿਹੜੀ ਹੈ ਸਰਵਿਸਿਜ਼ ਲੈ ਕੇ ਆਂਦੀ ਗਈ ਹੈ। ਐਕਚੁਅਲ ਦੇ ਵਿੱਚ e-Rupee ਹੈ ਕੀ ਹੈ? ਮੰਨ ਲਈਏ ਕਿ ਸਰਕਾਰ ਤੁਹਾਡੇ ਤੱਕ 2000 ਜਾਂ 5000 ਰੁਪਏ ਦੀ ਕੋਈ ਸੇਵਾ, ਸੋਸ਼ਲ ਸਰਵਿਸਿਜ਼ ਪਹੁੰਚਦਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ e-Voucher ਦੇ ਥਰੂ ਦਿੱਤਾ ਜਾਵੇਗਾ। e-Voucher ਕੀ ਹੁੰਦਾ? ਦੋਸਤੋ, ਜਦੋਂ ਤੁਸੀਂ Amazon, Flipkart, Myntra ਜਾਂ ਫਿਰ Zomato ਵਰਗੀਆਂ ਐਪਸ ਤੋਂ ਕੋਈ ਨਾ ਕੋਈ ਚੀਜ਼ ਮੰਗਾਉਂਦੇ ਹੋ ਤਾਂ ਤੁਹਾਨੂੰ ਕਈ ਵਾਰੀ ਇਹ ਐਪਸ ਗਿਫਟ ਵਾਊਚਰ ਦੇ ਦਿੰਦੀਆਂ ਨੇ 200 ਰੁਪਏ ਦਾ, 250 ਰੁਪਏ ਦਾ, 500 ਰੁਪਏ ਦਾ, ਕਿ ਤੁਸੀਂ ਕੋਈ ਵੀ ਚੀਜ਼ ਸਾਡੀ ਐਪ ਤੋਂ ਖਰੀਦੋਗੇ ਤਾਂ ਤੁਹਾਨੂੰ ਇਹਦੇ ਤੇ 200 ਰੁਪਏ ਦਾ ਜਾਂ 500 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਔਰ ਇਹ ਡਿਸਕਾਊਂਟ ਤੁਹਾਨੂੰ ਦਿੱਤਾ ਜਾਂਦਾ ਹੈ ਥਰੂ ਵਾਊਚਰਸ ਜਾਂ ਫਿਰ ਤੁਹਾਨੂੰ ਕੋਈ ਕੋਡ ਦਿੱਤਾ ਜਾਂਦਾ ਹੈ। ਹੁਣ ਸਰਕਾਰ ਬਿਲਕੁਲ ਇਸੇ ਤਰ੍ਹਾਂ ਹੀ ਤੁਹਾਨੂੰ e-Voucher ਦੇਵੇਗੀ। ਯਾਨੀ ਕਿ ਮੰਨ ਲਓ ਜੇਕਰ +2 ਦੇ ਵਿੱਚ ਜਾਂ 10ਵੀਂ ਦੇ ਵਿੱਚ ਤੁਹਾਡੇ ਬਹੁਤ ਵਧੀਆ ਨੰਬਰ ਆ ਗਏ ਤੇ ਸਰਕਾਰ ਤੁਹਾਨੂੰ ਸਕੋਲਰਸ਼ਿਪ ਦੇਣਾ ਚਾਹੁੰਦੀ ਹੈ 50,000 ਦੀ, ਤਾਂ 50,000 ਰੁਪਏ ਦਾ ਹੁਣ ਤੁਹਾਨੂੰ ਨਗਦ ਰਾਸ਼ੀ ਜਾਂ ਫਿਰ ਤੁਹਾਡੇ ਖਾਤੇ ਦੇ ਵਿੱਚ ਸਰਕਾਰ ਨਹੀਂ ਪਾਏਗੀ। ਤੁਹਾਨੂੰ 50,000 ਦੇ ਬਰਾਬਰ ਦਾ ਇੱਕ e-Voucher ਦਿੱਤਾ ਜਾਵੇਗਾ। ਯਾਨੀ ਕਿ ਸਰਕਾਰ ਤੁਹਾਨੂੰ ਹਾਇਰ ਐਜੂਕੇਸ਼ਨ ਦੇ ਲਈ ਉਤਸ਼ਾਹਿਤ ਕਰਨਾ ਚਾਹ ਰਹੀ ਹੈ ਤੇ ਉਹ e-Voucher ਜਾ ਕੇ ਕਿਸੇ ਐਜੂਕੇਸ਼ਨਲ ਇੰਸਟੀਟਿਊਟ ਦੇ ਵਿੱਚ ਹੀ ਕੰਮ ਕਰੇਗਾ ਤੇ ਜਦੋਂ ਤੁਸੀਂ ਉਸ ਇੰਸਟੀਟਿਊਟ ਦੇ ਵਿੱਚ ਜਾ ਕੇ ਐਡਮਿਸ਼ਨ ਲੈਣੀ ਹੈ ਤਾਂ ਤੁਸੀਂ ਆਪਣੇ ਖਾਤੇ ਦੇ ਵਿੱਚੋਂ ਪੈਸੇ ਨਹੀਂ ਦਿਓਗੇ, ਉਹ ਵਾਊਚਰ ਦਿਓਗੇ। ਔਰ ਵਾਊਚਰ ਤੁਹਾਨੂੰ ਟੈਕਸਟ ਮੈਸੇਜ ਕੋਡ ਰਾਹੀਂ ਆਏਗਾ ਜਾਂ ਫਿਰ QR ਕੋਡ ਰਾਹੀਂ ਆਏਗਾ। ਉਸ ਨੂੰ ਸਕੈਨ ਕਰਕੇ 50,000 ਦੀ ਰਾਸ਼ੀ ਜਾਂ ਜਿੰਨੀ ਵੀ ਰਾਸ਼ੀ ਸਰਕਾਰ ਨੇ ਤੁਹਾਨੂੰ ਦਿੱਤੀ ਹੋਵੇਗੀ ਉਸ ਐਜੂਕੇਸ਼ਨਲ ਇੰਸਟੀਟਿਊਟ ਨੂੰ ਪਹੁੰਚਦੀ ਹੋ ਜਾਏਗੀ। ਹੁਣ ਸਰਕਾਰ ਕਈ ਤਰ੍ਹਾਂ ਦੀ ਵੈਲਫੇਅਰ ਸਕੀਮ ਚਲਾਉਂਦੀ ਹੈ, ਚਾਹੇ ਉਹ ਹੈਲਥ ਨਾਲ ਸੰਬੰਧਿਤ ਹੋਵੇ ਜਾਂ ਫਿਰ ਐਗਰੀਕਲਚਰ ਦੇ ਵਿੱਚ ਕੋਈ ਸਬਸਿਡੀ ਦੇਣੀ ਹੋਵੇ। ਸੋ ਹੁਣ ਸਰਕਾਰ ਦਾ ਮਕਸਦ ਇਹ ਹੈ ਕਿ ਤੁਹਾਨੂੰ ਉਹ ਨਗਦ ਰਾਸ਼ੀ ਤੁਹਾਡੇ ਖਾਤੇ ਦੇ ਵਿੱਚ ਨਾ ਦਿੱਤੀ ਜਾਵੇ ਕਿਉਂਕਿ ਉਸ ਦੀ ਵਰਤੋਂ ਜਿਹੜੀ ਹੈ ਤੁਸੀਂ ਕਿਸੇ ਵੀ ਹੋਰ ਢੰਗ ਨਾਲ ਕਰ ਸਕਦੇ ਹੋ। ਸੋ ਸਰਕਾਰ ਦਾ ਇੱਥੇ ਮਕਸਦ ਇਹ ਹੈ ਕਿ ਜਿਸ ਪਰਪਸ ਲਈ ਉਹ ਰਾਸ਼ੀ ਤੁਹਾਨੂੰ ਦਿੱਤੀ ਜਾ ਰਹੀ ਹੈ ਉਹ ਉੱਥੇ ਹੀ ਵਰਤੀ ਜਾਵੇ। ਜੇਕਰ ਫਰਟੀਲਾਈਜ਼ਰ ਖਰੀਦਣ ਦੇ ਲਈ ਤੁਹਾਨੂੰ ਐਗਰੀਕਲਚਰਲ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਉਸ ਦੀ ਵਰਤੋਂ ਉਸ ਫਰਟੀਲਾਈਜ਼ਰ ਨੂੰ ਖਰੀਦਣ ਲਈ ਹੋਵੇ ਤੇ ਉਸ ਫਰਟੀਲਾਈਜ਼ਰ ਨੂੰ ਖਰੀਦਣ ਲਈ ਤੁਹਾਡੇ ਕੋਲ e-Voucher ਹੋਏਗਾ। ਹੁਣ ਸਰਕਾਰ ਇੱਥੇ ਇਹ ਵੀ ਗੱਲ ਕਹਿ ਰਹੀ ਹੈ ਕਿ ਇਸ ਨਾਲ ਜਿਹੜਾ आपस दे विच कॉन्टैक्ट है वो भी खत्म हो गया, यानी कि तुहाडी प्राइवेसी भी इहदे विच जिहड़ी है उस नूं प्राथमिकता दित्ती जा रही है।
ਤੁਸੀਂ ਆਪਣਾ ਬੈਂਕ ਖਾਤਾ ਕਿਸੇ ਨੂੰ ਨਹੀਂ ਦੇਣਾ, ਆਪਣਾ ਆਧਾਰ ਕਾਰਡ ਕਿਸੇ ਨੂੰ ਨਹੀਂ ਦੇਣਾ। ਤੁਹਾਡੇ ਖਾਤੇ ਦੀ ਇਨਫੋਰਮੇਸ਼ਨ ਨਾ ਸਰਕਾਰ ਮੰਗ ਰਹੀ ਹੈ, ਨਾ ਜਿਹੜੀ ਅਥਾਰਟੀ ਨੂੰ ਤੁਸੀਂ ਜਮ੍ਹਾਂ ਕਰਾ ਰਹੇ ਹੋ ਪੈਸੇ ਉਹ ਮੰਗ ਰਹੀ ਹੈ। ਇੱਕ ਤੁਹਾਡੇ ਕੋਲ ਕਾਰਡ ਹੈ ਜਾਂ ਫਿਰ ਈ ਵੋਚਰ ਹੈ, ਜਿਹੜਾ ਕਿ ਤੁਹਾਡੇ ਫੋਨ ਦੇ ਵਿੱਚ ਇੱਕ ਕੋਡ ਰਾਹੀਂ ਪਿਆ ਹੈ ਜਾਂ ਫਿਰ QR ਕੋਡ ਰਾਹੀਂ ਪਿਆ ਹੈ, ਉਸ ਨੂੰ ਸਕੈਨ ਕਰਕੇ ਜਿਹੜੇ ਪੈਸੇ ਨੇ ਸਰਕਾਰ ਦੇ ਖਾਤੇ 'ਚੋਂ ਸਿੱਧਾ ਉਸ ਅਥਾਰਟੀ ਕੋਲ ਚਲੇ ਜਾਣਗੇ। ਹੁਣ ਸਰਕਾਰ ਇਸ ਸਰਵਿਸ ਨੂੰ ਸ਼ੁਰੂ ਕਰਨ ਦੇ ਲਈ ਕਈ ਬੈਂਕਾਂ ਦੇ ਨਾਲ ਟਾਈ ਅਪ ਕਰ ਰਹੀ ਹੈ। 8 ਬੈਂਕਾਂ ਦੇ ਨਾਲ ਟਾਈ ਅਪ ਕੀਤਾ ਗਿਆ, ਜਿਹਦੇ ਵਿੱਚ ਭਾਰਤ ਦੇ ਵੱਡੇ ਬੈਂਕ ਜਿੱਦਾਂ ਕਿ SBI, HDFC, ਐਕਸਿਸ ਤੇ ICICI ਸ਼ਾਮਲ ਨੇ। ਦੋਸਤੋ ਹੁਣ ਗੱਲ ਆ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਸਰਵਿਸ ਕਿਸੇ ਹੋਰ ਦੇਸ਼ ਦੇ ਵਿੱਚ ਵੀ ਚੱਲ ਰਹੀ ਹੈ। ਬਿਲਕੁਲ ਚੱਲ ਰਹੀ ਹੈ। USA ਵਰਗੇ ਸਭ ਤੋਂ ਡਿਵੈਲਪ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਰਵਿਸ ਚੱਲ ਰਹੀ ਹੈ। ਉੱਥੇ ਜਦੋਂ ਕਿਸੇ ਵਿਦਿਆਰਥੀ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਈ ਵੋਚਰ ਦਿੱਤਾ ਜਾਂਦਾ ਹੈ, ਔਰ ਈ ਵੋਚਰ ਦੇ ਥਰੂ ਉਸ ਦੀ ਐਜੂਕੇਸ਼ਨਲ ਫੀਸ ਜਿਹੜੀ ਹੈ ਸੰਬੰਧਿਤ ਇੰਸਟੀਚਿਊਟ ਵਿਖੇ ਭਰੀ ਜਾਂਦੀ ਹੈ। ਸੋ ਦੋਸਤੋ ਇਸ ਤਰ੍ਹਾਂ ਦੀ ਈ ਪੇਮੈਂਟ ਸਰਵਿਸਿਜ਼ ਲੈ ਕੇ ਆਉਣ ਦਾ ਮਕਸਦ ਸਰਕਾਰ ਦਾ ਇਹੀ ਹੈ ਕਿ ਜਿਸ ਸੋਸ਼ਲ ਸਰਵਿਸਿਜ਼ ਦੇ ਲਈ ਜਿਹੜੀ ਉਹ ਰਾਸ਼ੀ ਹੈ ਦਿੱਤੀ ਜਾਣੀ ਹੈ ਉਹਦੀ ਵਰਤੋਂ ਉੱਥੇ ਹੀ ਹੋਵੇ। ਅਗਰ ਉਸ ਦੀ ਵਰਤੋਂ ਕਿਤੇ ਹੈਲਥ ਲਈ ਜਾਂ ਕਿਸੇ ਤਰ੍ਹਾਂ ਦੇ ਇਲਾਜ ਲਈ ਹੋਣੀ ਹੈ ਤਾਂ ਉਹ ਬੈਨੀਫਿਟ ਜਿਹੜਾ ਹੈ ਉਸ ਨਾਗਰਿਕ ਨੂੰ ਮਿਲੇ ਤੇ ਉਸ ਦੀ ਪੇਮੈਂਟ ਜਿਹੜੀ ਹੈ ਉਹ ਕਿਤੇ ਹੋਰ ਨਾ ਵਰਤ ਕੇ ਉੱਥੇ ਵਰਤੀ ਜਾਵੇ। ਸੋ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀਆਂ ਸੇਵਾਵਾਂ ਨੇ। ਸਰਕਾਰ ਹਾਊਸਿੰਗ ਲਈ ਵੀ ਤੁਹਾਨੂੰ ਸਬਸਿਡੀ ਦੇ ਰਹੀ ਹੈ, ਗੈਸ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੇ ਐਜੂਕੇਸ਼ਨ ਦੀ ਆਪਾਂ ਗੱਲ ਕਰਕੇ ਆਏ ਹਾਂ, ਉੱਥੇ ਜਿਹੜੀ ਹੈ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਐਗਰੀਕਲਚਰ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ। ਟਰਾਂਸਪੋਰਟ ਦੇ ਵਿੱਚ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਸੋ ਜੇ ਇਹਨੂੰ ਕੁੱਲ ਮਿਲਾ ਕੇ ਦੇਖ ਲਈਏ ਤਾਂ ਇਹਦਾ ਮਕਸਦ ਤੇ ਮੰਤਵ ਬੜਾ ਸਹੀ ਹੈ, ਅਗਰ ਇਸ ਨੂੰ ਸਹੀ ਢੰਗ ਦੇ ਨਾਲ ਚਲਾਇਆ ਜਾ ਸਕੇ। ਸੋ ਦੋਸਤੋ ਇਸ ਵੀਡੀਓ ਰਾਹੀਂ ਸਾਡਾ ਮਕਸਦ ਸੀ ਕਿ ਸਰਕਾਰ ਵੱਲੋਂ ਚਲਾਈ ਗਈ ਇਸ ਨਵੀਂ ਫਾਈਨੈਂਸ਼ੀਅਲ ਸਰਵਿਸਿਜ਼ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ। ਆਸ਼ਾ ਕਰਦੇ ਹਾਂ ਦੋਸਤੋ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਾਡੇ ਲਈ ਕੋਈ ਵੀ ਸਵਾਲ ਜਾਂ ਸੁਝਾਅ ਹੋਵੇ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਕਰਿਓ। ਸਾਡੇ ਚੈਨਲ ਤੇ ਆ ਰਹੀਆਂ ਵੀਡੀਓਜ਼ ਤੁਹਾਨੂੰ ਚੰਗੀਆਂ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵੀ ਜ਼ਰੂਰ ਦਬ ਦਿਓ। ਹੁਣ ਤੁਸੀਂ ਜੁਆਇਨ ਬਟਨ ਪ੍ਰੈਸ ਕਰਕੇ ਸਾਡੇ ਚੈਨਲ ਦੇ ਮੈਂਬਰ ਵੀ ਬਣ ਸਕਦੇ ਹੋ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।